ਬਚਿੰਤ ਕੌਰ ਦੀ ਸਵੈ-ਜੀਵਨੀ ਪਗਡੰਡੀਆਂ ਦਾ ਅਗਲਾ ਭਾਗ ਹੈ। ਮਾਰੂਥਲ ਦੀਆਂ ਪੈੜਾਂ। 1959 ਤੋਂ 1965 ਤੱਕ ਮੈਂ ਕੋਈ 100 ਤੋਂ ਵੱਧ ਸਰਕਾਰੀ ਦਫ਼ਤਰਾਂ 'ਚ ਇੰਟਰਵਿਊ ਲਈ ਗਈ। ਕਈ ਟੈਸਟਾਂ 'ਚ ਪਾਸ ਵੀ ਹੋ ਜਾਂਦੀ, ਪਰ ਇੰਟਰਵਿਊ ਵੇਲੇ ਕਿਸੇ ਵੀ ਸਿਫਾਰਿਸ਼ ਦੇ ਨਾ ਹੋਣ ਕਰਕੇ ਮੈਨੂੰ ਨੌਕਰੀ ਨਾ ਮਿਲਦੀ। ਪ੍ਰਾਈਵੇਟ ਕਈ ਨੌਕਰੀਆਂ ਮੈਂ ਕੀਤੀਆਂ, ਕਈ ਛੱਡੀਆਂ। ਇੱਕ ਕੋਆਪਰੇਟਿਵ ਕੈਂਟੀਨ 'ਚ ਕੂਪਨ ਸੇਲ ਕਰਨ ਦੀ ਨੌਕਰੀ, ਡੋਰ ਟੂ ਡੋਰ ਰਿਪਰੈਜ਼ੈਂਟੇਟਿਵ ਦੀ ਨੌਕਰੀ, ਸੇਲਸ ਗਰਲ ਦੀ ਨੌਕਰੀ, ਮੁਹੱਲੇ 'ਚ ਛੋਟੇ ਬੱਚਿਆਂ ਨੂੰ ਪੜ੍ਹਾਉਣ ਦੀਆਂ ਟਿਊਸ਼ਨਾਂ ਤੋਂ ਲੈ ਕੇ ਅਲੀਪੁਰ ਰੋਡ ਇੱਕ ਮੋਟਰ ਗੈਰੇਜ 'ਚ ਰਹਿੰਦਿਆਂ 1956-57 ਵਿੱਚ ਦਿੱਲੀ ਦੇ ਮੇਅਰ ਬ੍ਰਹਮ ਪ੍ਰਕਾਸ਼ ਦੀ ਕੋਠੀ ਦਾ ਕੰਮ ਵੀ ਮੰਗਣ ਗਈ। ਖੈਰ, ਬ੍ਰਾਈਟਵੇਜ਼ ਦੀ ਨੌਕਰੀ ਦੀ ਸਭ ਤੋਂ ਵੱਡੀ ਪਰੇਸ਼ਾਨੀ ਮੈਨੂੰ ਇਹ ਸੀ ਕਿ ਛੁੱਟੀ ਕੋਈ ਨਹੀਂ ਸੀ ਮਿਲਦੀ ਤੇ ਵਰਕਿੰਗ ਆਵਰਸ ਵੀ ਬਹੁਤ ਸਨ। ਫਿਰ ਸਾਰਾ ਦਿਨ ਆਰਾਮ ਭੋਰਾ ਵੀ ਨਹੀਂ ਸੀ ਮਿਲਦਾ, ਜਿਸ ਕਰਕੇ ਮੇਰਾ ਘਰ ਇੱਕ ਕਿਸਮ ਨਾਲ ਰੁਲ ਰਿਹਾ ਸੀ। ਬੱਚਿਆਂ ਦੀ ਸੰਭਾਲ, ਬੱਚਿਆਂ ਦੀ ਪੜ੍ਹਾਈ ਆਦਿ ਵਾਸਤੇ ਮੈਂ ਬਿਲਕੁਲ ਟਾਈਮ ਨਹੀਂ ਸੀ ਕੱਢ ਸਕਦੀ। ਉੱਤੋਂ ਮੈਂ ਆਪ ਹਰ ਸਾਲ ਕਿਸੇ ਨਾ ਕਿਸੇ ਇਮਤਿਹਾਨ ਲਈ ਦਾਖਲਾ ਭੇਜਦੀ, ਕਿਉਂਕਿ ਸਟੂਡੈਂਟ ਵੀ ਜ਼ਰੂਰ ਰਹਿਣਾ ਸੀ ਨਾ ਡੀਪੂ ਦੀ ਨੌਕਰੀ ਲਈ। ਅਤੇ ਮੈਂ 2-2 ਨੌਕਰੀਆਂ ਕਰਦੀ ਅਤੇ ਘਰ-ਬਾਰ ਨੂੰ ਵਿੱਤੋਂ ਵੱਧ ਸੁਆਰਦੀ, ਸੰਭਾਲਦੀ। ਜਿਵੇਂ ਕਿਵੇਂ ਹਰ ਸਾਲ FA ਦੇ ਇਮਤਿਹਾਨ 'ਚ ਬੈਠਦੀ, ਹਰ ਆਏ ਸਾਲ ਫੇਲ ਹੋ ਜਾਂਦੀ। ਇਸ ਤਰ੍ਹਾਂ ਮੈਂ FA ਦੇ ਇਮਤਿਹਾਨ ਵਿੱਚ ਪੂਰੇ 3 ਵਾਰੀ ਫੇਲ ਹੋਈ ਅਤੇ ਚੌਥੀ ਵਾਰ ਵੀ ਮਸਾਂ ਹੀ ਪੂਰੇ ਨੰਬਰ ਲੈ ਕੇ ਪਾਸ ਹੋ ਸਕੀ। ਮੈਂ ਵਾਹਿਗੁਰੂ ਦਾ ਲੱਖ-ਲੱਖ ਸ਼ੁਕਰ ਕੀਤਾ ਕਿ ਹੁਣ ਅੱਗੇ ਨੂੰ BA ਕਰਨ ਜੋਗੀ ਤਾਂ ਹੋ ਗਈ। ਮੈਂ ਸੋਚਦੀ ਸੀ ਕਿ BA ਕਰਕੇ ਤਾਂ ਜ਼ਰੂਰ ਸਰਕਾਰੀ ਦਫ਼ਤਰ 'ਚ ਕਲਰਕ ਜਾਂ ਟੈਲੀਫੋਨ ਆਪਰੇਟਰ ਦੀ ਨੌਕਰੀ ਮਿਲ ਹੀ ਜਾਏਗੀ। ਸਰਕਾਰੀ ਨੌਕਰੀ ਦੀ ਸਭ ਤੋਂ ਵੱਡੀ ਅਟਰੈਕਸ਼ਨ ਮੈਨੂੰ ਅਤੇ ਮੇਰੇ ਸਹੁਰਾ ਸਾਹਿਬ ਨੂੰ ਛੁੱਟੀਆਂ ਕਰਕੇ ਸੀ, ਤਾਂ ਕਿ ਸਰਕਾਰੀ ਨੌਕਰੀ ਦੇ ਨਾਲ-ਨਾਲ ਮੈਂ ਆਪਣਾ ਘਰ-ਬਾਰ ਅਤੇ ਬੱਚਿਆਂ ਦੀ ਦੇਖਭਾਲ ਵੀ ਸਹੀ ਤਰੀਕੇ ਨਾਲ ਕਰ ਸਕਾਂ। ਇੱਕ ਵਾਰੀ ਦਿੱਲੀ ਮਿਲਕ ਸਕੀਮ ਵਿੱਚ ਹੀ ਕਲਰਕਾਂ ਲਈ ਕਈ ਪੋਸਟਾਂ ਨਿਕਲੀਆਂ। ਉਦੋਂ ਮੈਂ ਆਪ ਵੀ ਦਿੱਲੀ ਮਿਲਕ ਸਕੀਮ 'ਚ ਦੁੱਧ ਦੇ ਡਿਪੂ ਉੱਤੇ ਕੰਮ ਕਰ ਰਹੀ ਸੀ, ਸੋ ਕਾਫੀ ਆਸ ਸੀ ਕਿ ਕੋਈ ਨਾ ਕੋਈ ਸਿਫਾਰਿਸ਼ ਨਿਕਲ ਹੀ ਆਏਗੀ। ਸੋ ਮੈਂ ਉੱਥੇ ਅਰਜ਼ੀ ਦੇਣ ਪਿੱਛੋਂ ਕੈਸ਼ੀਅਰ ਨੂੰ ਕਿਹਾ ਕਿ ਕਿਵੇਂ ਨਾ ਕਿਵੇਂ ਕਹਿ ਸੁਣ ਕੇ ਮੈਨੂੰ ਦਿੱਲੀ ਮਿਲਕ ਸਕੀਮ ਦੇ ਮੇਨ ਆਫਿਸ 'ਚ ਕਲਰਕ ਲਗਾਉਣ ਦੀ ਕੋਸ਼ਿਸ਼ ਕਰੇ। ਹੁਣ ਤਾਂ ਮੈਂ 10ਵੀਂ ਜਮਾਤ ਪਾਸ ਕਰਨ ਪਿੱਛੋਂ ਗਿਆਨੀ ਅਤੇ FA ਦੇ ਇਮਤਿਹਾਨ ਵੀ ਪਾਸ ਕਰ ਲਏ ਸਨ। ਉਹਨਾਂ ਦਿਨਾਂ 'ਚ ਦਿੱਲੀ ਮਿਲਕ ਸਕੀਮ ਦਾ ਸਭ ਤੋਂ ਵੱਡਾ ਅਫਸਰ ਕੋਈ ਸਿੱਕਾ ਸਾਹਿਬ ਹੁੰਦਾ ਸੀ। ਉਹਦੇ PA ਕੋਲ ਮੈਨੂੰ ਮੇਰੇ ਕੈਸ਼ੀਅਰ ਨੇ ਮੇਰੀ ਅਰਜ਼ੀ ਦੀ ਇੱਕ ਐਡਵਾਂਸ ਕਾਪੀ ਦੇ ਕੇ ਭੇਜ ਦਿੱਤਾ, ਪਰ ਉਹਦੇ PA ਨੇ ਉਸ ਦਿਨ ਮੈਨੂੰ ਮਿਲਣ ਦਾ ਸਮਾਂ ਹੀ ਨਾ ਦਿੱਤਾ। ਦੂਜੇ ਦਿਨ ਫਿਰ ਜਦੋਂ ਡਿਪੂ ਉੱਤੇ ਕੈਸ਼ੀਅਰ ਮੈਥੋਂ ਕੈਸ਼ ਲੈਣ ਲਈ ਆਇਆ, ਮੈਂ ਗੱਲ ਕੀਤੀ। ਉਹਨੇ ਕਿਹਾ, ਚੰਗਾ, ਅੱਜ ਮੈਂ ਤੁਹਾਡੇ ਨਾਲ ਚੱਲਾਂਗਾ, ਤੁਸੀਂ ਆ ਜਾਣਾ ਫਲਾਣੇ ਕਮਰੇ 'ਚ। ਮੈਂ ਉਹਦੇ ਦਿੱਤੇ ਸਮੇਂ ਸਿਰ ਦਿੱਲੀ ਮਿਲਕ ਸਕੀਮ ਦੇ ਦਫ਼ਤਰ 'ਚ ਪਹੁੰਚ ਗਈ ਅਤੇ ਉਹ ਮੈਨੂੰ ਸਿੱਕਾ ਸਾਹਿਬ ਦੇ PA ਕੋਲ ਲੈ ਗਿਆ ਅਤੇ ਇੰਟਰਵਿਊ ਬਾਰੇ ਗੱਲਬਾਤ ਕੀਤੀ। ਉਹਨੇ ਮੈਨੂੰ ਇੱਕ ਹੋਰ ਲੇਡੀ ਅਫਸਰ ਮਿਸ ਬੈਨਰਜੀ ਕੋਲ ਭੇਜ ਦਿੱਤਾ। ਉਹਨੇ ਇੰਟਰਵਿਊ 'ਚ ਬੈਠਣਾ ਸੀ, ਪਰ ਉਸ ਦਿਨ ਉਹ ਛੁੱਟੀ 'ਤੇ ਸੀ। ਇਸ ਕਰਕੇ ਬੈਨਰਜੀ ਦੇ PA ਨੇ ਮੈਨੂੰ ਇੱਕ ਖੁੱਲਰ ਸਾਹਿਬ ਕੋਲੇ ਭੇਜ ਦਿੱਤਾ। ਖੁੱਲਰ ਨੇ ਮੈਨੂੰ ਐਤਵਾਰ ਵਾਲੇ ਦਿਨ ਅਰਜ਼ੀ ਦੀ ਇੱਕ ਕਾਪੀ ਅਤੇ ਸਾਰੇ ਸਰਟੀਫਿਕੇਟ ਲੈ ਕੇ ਆਪਣੇ ਘਰ ਆਉਣ ਲਈ ਕਿਹਾ। ਮੈਂ ਉਹਦੇ ਕਹੇ ਅਨੁਸਾਰ ਦੁਪਹਿਰ ਦੇ 2 ਵਜੇ ਉਹਦੇ ਘਰ ਗੋਲ ਮਾਰਕੀਟ ਐਪਲੀਕੇਸ਼ਨ ਅਤੇ ਬਾਕੀ ਸਾਰੇ ਸਰਟੀਫਿਕੇਟ ਲੈ ਕੇ ਪਹੁੰਚ ਗਈ। ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਉਹਨੇ ਖੁਦ ਹੀ ਬੂਹਾ ਖੋਲ੍ਹਿਆ। ਲੰਘ ਆਓ ਅੰਦਰ। ਮੈਂ ਡਰਦੀ ਸਹਿਮੀ ਜੀ ਅੰਦਰ ਲੰਘੀ ਤਾਂ ਦੇਖਿਆ ਘਰ 'ਚ ਉਸ ਤੋਂ ਸਿਵਾ ਦੂਜਾ ਕੋਈ ਵੀ ਜੀ ਉੱਥੇ ਨਹੀਂ ਸੀ। ਉਹਨੇ ਮੈਨੂੰ ਅੰਦਰਲੇ ਕਮਰੇ 'ਚ ਬੈਠਣ ਲਈ ਕਿਹਾ ਅਤੇ ਉਹ ਅੰਦਰ ਰਸੋਈ 'ਚ ਮੇਰੇ ਲਈ ਪਾਣੀ ਦਾ ਗਲਾਸ ਲੈਣ ਚਲਾ ਗਿਆ। ਲੈ ਪਾਣੀ ਪੀ, ਅੱਜ ਤਾਂ ਬਹੁਤ ਅੱਗ ਵਰ ਰਹੀ ਹੈ। ਜੁਲਾਈ ਮਹੀਨੇ ਦੀ ਸ਼ਾਇਦ 18 ਤਰੀਕ ਸੀ ਉਸ ਦਿਨ। ਮੈਂ ਡਰਦਿਆਂ ਸਾਹਮਣੇ ਪਿਆ ਪਾਣੀ ਦਾ ਗਲਾਸ ਚੁੱਕ ਤਾਂ ਲਿਆ, ਪਰ ਵਾਤਾਵਰਨ ਦੇ ਸਹਿਮ ਨਾਲ ਪਾਣੀ ਦਾ ਘੁੱਟ ਮੇਰੇ ਸੰਘੋਂ ਹੇਠਾਂ ਨਹੀਂ ਸੀ ਉਤਰ ਰਿਹਾ। ਆਰਾਮ ਨਾਲ ਬੈਠ, ਤੈਨੂੰ ਨੌਕਰੀ ਮਿਲ ਜਾਏਗੀ, ਘਬਰਾ ਨਾ। ਉਹਨੇ ਮੇਰੇ ਸਰਟੀਫਿਕੇਟ ਦੇਖਣ ਤੋਂ ਬਿਨਾਂ ਹੀ ਕਹਿ ਦਿੱਤਾ। ਮੈਂ ਸਰਟੀਫਿਕੇਟ ਵਾਲੀ ਪੂਰੀ ਫਾਈਲ ਅਰਜ਼ੀ ਸਮੇਤ ਉਹਨੂੰ ਦਿਖਾਉਣ ਲਈ ਉਹਦੇ ਸਾਹਮਣੇ ਕਰ ਦਿੱਤੀ, ਪਰ ਫਾਈਲ ਪਕੜਨ ਦੀ ਥਾਂ ਉਹਨੇ ਸਿੱਧੀ ਮੇਰੀ ਬਾਂਹ ਫੜ ਲਈ। ਮੈਂ ਥਰ-ਥਰ ਕੰਬਣ ਲੱਗੀ। ਬਾਹਰਲਾ ਜਾਫਰੀ ਵਾਲਾ ਬੂਹਾ ਬੰਦ ਸੀ ਅਤੇ ਅੰਦਰਲੇ ਕਮਰੇ ਦੀ ਕੁੰਡੀ ਖੁੱਲ੍ਹੀ ਹੀ ਸੀ। ਉਹਨੇ ਮੈਨੂੰ ਬਾਂਹ ਤੋਂ ਫੜ ਕੇ ਆਪਣੇ ਵੱਲ ਨੂੰ ਖਿੱਚਿਆ। ਮੈਂ ਕੁਰਸੀ ਉੱਤੇ ਬੈਠੀ ਸੀ ਅਤੇ ਉਹ ਪਲੰਘ ਉੱਤੇ। ਮੇਰੇ ਮੂੰਹੋਂ ਕੋਈ ਆਵਾਜ਼ ਨਾ ਨਿਕਲੀ। ਝਟਕੂ ਪਿੱਛੋਂ ਮੇਰਾ ਰੋਣਾ ਨਿਕਲ ਗਿਆ। ਉਸ ਵੇਲੇ ਦੀ ਆਪਣੀ ਸਹੀ ਹਾਲਤ ਹੁਣ ਮੈਂ ਬਿਆਨ ਨਹੀਂ ਕਰ ਸਕਦੀ। ਮੇਰੇ ਸਾਹਮਣੇ ਉਸ ਅਧਖੜ, ਲੰਬੇ ਚੌੜੇ, ਖਰਾਂਟ, ਭੱਦੀ ਜਿਹੀ ਦਿੱਖ ਦੇ ਬੰਦੇ ਦੇ ਜ਼ਾਲਮ ਲੰਬੇ ਹੱਥ ਸਨ ਅਤੇ ਮੈਂ ਬੇਬਸ, ਲਾਚਾਰ, ਬਸ ਉਹਦੇ ਰਹਿਮੋ ਕਰਮ ਉੱਤੇ ਸੀ। ਕਹਿੰਦੇ ਨੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ। ਅਚਾਨਕ ਉਸ ਘਰ ਦੀ ਧੋਬਣ ਪ੍ਰੈਸ ਕੀਤੇ ਹੋਏ ਕੱਪੜੇ ਲਈ ਜਾਫਰੀ ਦੇ ਬਾਹਰ ਆ ਖੜੀ ਹੋਈ ਅਤੇ ਲੱਗੀ ਦਰਵਾਜ਼ਾ ਖੜਕਾਉਣ। ਜਾਫਰੀ ਵਿੱਚੋਂ ਅੰਦਰਲੇ ਨੂੰ ਬਾਹਰਲਾ ਬੰਦਾ ਸਾਫ਼ ਦਿਖਾਈ ਦਿੰਦਾ ਸੀ।
ਬਾਹਰਲੇ ਨੂੰ ਅੰਦਰਲਾ ਦਿਖਦਾ ਸੀ ਜਾਂ ਨਹੀਂ ਮੈਂ ਕੁਝ ਨਹੀਂ ਕਹਿ ਸਕਦੀ। ਉਹਨੂੰ ਬੂਹੇ ਅੱਗੇ ਖੜਿਆਂ ਦੇਖ ਕੇ ਖੁੱਲਰ ਉੱਠ ਕੇ ਵਰਾਂਡੇ ਤੱਕ ਆਇਆ ਤੇ ਧੋਬਣ ਤੋਂ ਉੱਥੇ ਹੀ ਕੱਪੜੇ ਫੜ ਕੇ ਜਾਫਰੀ ਦਾ ਕੁੰਡਾ ਲਾਉਣ ਲੱਗਿਆ। ਪਰ ਇੰਨੇ 'ਚ ਮੈਂ ਜਾਫਰੀ ਤੱਕ ਪਹੁੰਚ ਚੁੱਕੀ ਸੀ ਤੇ ਧੋਬਣ ਨੇ ਮੈਨੂੰ ਦੇਖ ਲਿਆ ਸੀ। ਸ਼ਾਇਦ ਉਹ ਧੋਬਣ ਮੇਰੇ ਲਈ ਕੋਈ ਰੱਬ ਦਾ ਰੂਪ ਬਣ ਕੇ ਆਈ ਸੀ। ਮੈਂ ਚੁੰਨੀ ਦੇ ਪੱਲੂ ਨਾਲ ਅੱਖਾਂ ਪੂੰਝਦੀ ਝੱਟ ਧੋਬਣ ਦੇ ਪਿੱਛੇ ਪਿੱਛੇ ਉੱਥੋਂ ਬਾਹਰ ਨਿਕਲ ਆਈ। ਹੁਣ ਖੁੱਲਰ ਮੈਨੂੰ ਇਉਂ ਘੂਰ ਰਿਹਾ ਸੀ ਜਿਵੇਂ ਬਿੱਲੀ ਦੇ ਜਵਾੜਿਆਂ 'ਚੋਂ ਚਿੜੀ ਨਿਕਲ ਗਈ ਹੋਵੇ। ਮੇਰੇ ਹੱਥਾਂ 'ਚ ਫੜੀ ਮੇਰੀ ਓਰੀਜਨਲ ਸਰਟੀਫਿਕੇਟਸ ਦੀ ਫਾਈਲ ਵਿਚਲੇ ਸਾਰੇ ਕਾਗਜ਼ ਉਗੜੇ ਦੁਗੜੇ ਹੋ ਚੁੱਕੇ ਸਨ ਤੇ ਅੱਧ-ਪਚੱਧੇ ਫਾਈਲ ਤੋਂ ਬਾਹਰ ਇਉਂ ਲਟਕ ਰਹੇ ਸਨ ਜਿਵੇਂ ਤਿਹਾਏ ਕੁੱਤੇ ਦੀ ਜੀਭ। ਉਸ ਦਿਨ ਮੇਰੀ ਪੱਤ ਲੁੱਟਦੀ ਬਚੀ। ਉੱਥੋਂ ਕਾਲੇ ਕਦਮ ਭਰਦੀ ਮੈਂ ਅਜੇ ਵੀ ਥਰ-ਥਰ ਕੰਬ ਰਹੀ ਸੀ। ਅੰਦਰ ਹੀ ਅੰਦਰ ਵਹਿੰਦੇ ਅੱਥਰੂਆਂ ਨਾਲ ਮੇਰਾ ਗਲਾ ਰੁੰਧਿਆ ਗਿਆ ਸੀ। ਮੇਰੀ ਮਾਂ ਦੇ ਹਾਣ ਦੀ ਧੋਬਣ ਨੇ ਮੈਥੋਂ ਨਜ਼ਰਾਂ ਹੀ ਨਜ਼ਰਾਂ ਨਾਲ ਕਿੰਨਾ ਕੁਝ ਪੁੱਛਿਆ ਸੀ, ਪਰ ਮੈਂ ਤਾਂ ਜਾਲੀ ਦੀ ਆਪਣੀ ਚਿੱਟੀ ਚੁੰਨੀ ਨਾਲ ਬਾਰ-ਬਾਰ ਆਪਣੇ ਅੱਥਰੂ ਪੂੰਝਦੀ ਵਾਹੋਦਾਈ ਗੋਲ ਮਾਰਕੀਟ ਦੇ ਬੱਸ ਸਟਾਪ ਵੱਲ ਨੂੰ ਭੱਜੀ ਜਾ ਰਹੀ ਸੀ। ਮੈਨੂੰ ਅਜੇ ਵੀ ਡਰ ਸੀ ਕਿ ਖੁੱਲਰ ਕਿਤੇ ਪਿੱਛੋਂ ਆ ਕੇ ਮੈਨੂੰ ਹੁਣੇ ਹੀ ਨਾ ਦਬੋਚ ਲਵੇ। ਮੈਨੂੰ ਯਾਦ ਹੈ ਧੋਬਣ ਸਕੁਏਅਰ ਵਿੱਚ ਆਪਣੀ ਕੱਪੜੇ ਪ੍ਰੈਸ ਕਰਨ ਵਾਲੀ ਥਾਂ ਟੁੱਟੀ ਜਿਹੀ ਮੇਜ਼ ਕੋਲ ਖੜੀ ਮੇਰੇ ਵੱਲ ਕਿੰਨਾ ਹੀ ਚਿਰ ਦੂਰ ਤੱਕ ਦੇਖਦੀ ਰਹੀ ਸੀ। ਤੀਜੇ ਚੌਥੇ ਦਿਨ ਮੇਰੇ ਕੈਸ਼ੀਅਰ ਨੇ ਮੈਨੂੰ ਰੋਸ ਭਰਿਆ ਉਲਾਂਭਾ ਦਿੰਦਿਆਂ ਕਿਹਾ, ਖੁੱਲਰ ਸਾਹਿਬ ਕਹਿ ਰਹੇ ਸੀ ਤੁਹਾਡੀ ਕੁਆਲੀਫਿਕੇਸ਼ਨ ਦੇ ਅਨੁਸਾਰ ਤੁਹਾਨੂੰ ਕਦੇ ਕਲਰਕ ਦੀ ਨੌਕਰੀ ਨਹੀਂ ਮਿਲ ਸਕਦੀ। ਉਹਨਾਂ ਕੋਲ ਤੁਹਾਡੇ ਨਾਲੋਂ ਕਿਤੇ ਵੱਧ ਕੁਆਲੀਫਾਈਡ ਕੈਂਡੀਡੇਟ ਸਨ। ਪਤਾ ਨਹੀਂ ਕਿਉਂ ਉਹਨਾਂ ਨੇ ਤਾਂ ਤੁਹਾਨੂੰ ਇੱਕ ਕਿਸਮ ਨਾਲ ਇੰਟਰਵਿਊ ਤੋਂ ਪਹਿਲਾਂ ਹੀ ਰਿਜੈਕਟ ਕਰ ਛੱਡਿਆ। ਖੈਰ, ਮੈਂ ਇੰਟਰਵਿਊ 'ਤੇ ਗਈ। ਖੁੱਲਰ ਤੇ ਮਿਸ ਬੈਨਰਜੀ ਇੰਟਰਵਿਊ ਲੈ ਰਹੇ ਸਨ। ਇੰਟਰਵਿਊ 'ਚ ਖਾਸ ਗੱਲ ਕੋਈ ਨਹੀਂ ਸੀ ਪੁੱਛੀ ਗਈ। ਸਿਰਫ ਇੰਨਾ ਹੀ ਬੈਨਰਜੀ ਨੇ ਪੁੱਛਿਆ ਕਿ ਡਿਪੂ ਉੱਤੇ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ। ਫਿਰ ਖੁੱਲਰ ਨੇ ਪਤਾ ਨਹੀਂ ਬੈਨਰਜੀ ਨੂੰ ਕਿਹਾ ਤੇ ਬੈਨਰਜੀ ਨੇ ਆਪੇ ਸਵਾਲ ਤੇ ਆਪੇ ਜਵਾਬ ਦਿੰਦਿਆਂ ਮੈਨੂੰ ਪੁੱਛਿਆ, 10ਵੀਂ में 3rd डिवीज़न है? जी हाँ। अच्छा ठीक है, घर ਲੈਟਰ ਭੇਜ ਦੇंगे। ਇੰਟਰਵਿਊ ਦਾ ਰਿਜ਼ਲਟ ਉਡੀਕਣ ਦੀ ਮੈਨੂੰ ਕੋਈ ਦਿਲਚਸਪੀ ਨਹੀਂ ਸੀ। ਮੈਂ ਆਪਣੇ ਰਿਜ਼ਲਟ ਬਾਰੇ ਬੁੱਝ ਲਿਆ ਸੀ ਕਿ ਮੈਨੂੰ ਕਿਸੇ ਹਾਲ ਨੌਕਰੀ ਨਹੀਂ ਦਿੱਤੀ ਜਾਏਗੀ, ਭਾਵੇਂ ਮੇਰੀ ਫਸਟ ਕਲਾਸ ਕਿਉਂ ਨਾ ਹੁੰਦੀ। ਸਹੁਰੇ ਜੀ ਨੂੰ ਮੇਰੇ ਇਸ ਇੰਟਰਵਿਊ 'ਚ ਰਹਿ ਜਾਣ ਦਾ ਬਹੁਤ ਗਮ ਲੱਗਿਆ, ਕਿਉਂਕਿ ਉਹਨਾਂ ਨੂੰ ਪਹਿਲਾਂ ਕੈਸ਼ੀਅਰ ਨੇ ਪੱਕੀ ਆਸ ਦਵਾਈ ਸੀ ਕਿ ਪੋਸਟਾਂ 10-11 ਹਨ, ਮੈਨੂੰ ਜ਼ਰੂਰ ਰੱਖ ਲਿਆ ਜਾਏਗਾ। ਪਰ ਵਿਚਲੀ ਗੱਲ ਤਾਂ ਸਿਰਫ ਮੈਂ ਹੀ ਜਾਣਦੀ ਸੀ। ਇਉਂ ਮੈਨੂੰ ਮੇਰੇ ਹੀ ਦਫ਼ਤਰ ਕਲਰਕ ਦੀ ਨੌਕਰੀ ਨਾ ਮਿਲ ਸਕੀ। ਮੇਰੇ ਘਰ ਦੇ ਤੇ ਮੈਂ ਬੇਹੱਦ ਨਿਰਾਸ਼ ਹੋ ਗਏ। ਘਰਦਿਆਂ ਨੂੰ ਮੇਰੇ ਉੱਤੇ ਬਹੁਤ ਰੰਜਿਸ਼ ਵੀ ਹੋਈ, ਪਰ ਵਿਚਲੀ ਗੱਲ ਤਾਂ ਵਿੱਚੋਂ ਮੈਂ ਹੀ ਜਾਣਦੀ ਸੀ। ਮੈਂ ਕਿਹਨੂੰ ਜਾ ਕੇ ਆਪਣਾ ਦੁੱਖ ਦੱਸਦੀ। ਹੁਣ ਤਾਂ ਮੈਨੂੰ ਮੇਰੀ 25 ਰੁਪਏ ਮਹੀਨੇ ਦੀ ਨੌਕਰੀ ਜਾਣ ਦਾ ਡਰ ਵੀ ਹਰ ਸਮੇਂ ਖਾਣ ਲੱਗ ਪਿਆ ਸੀ। ਕੀ ਪਤਾ ਕਦੋਂ ਖੁੱਲਰ ਕੈਸ਼ੀਅਰ ਦੇ ਹੱਥ ਮੈਨੂੰ ਸਸਪੈਂਡ ਕਰਨ ਦੇ ਜਾਂ ਟਰਮੀਨੇਟ ਕਰਨ ਦੇ ਆਰਡਰਸ ਭਿਜਵਾ ਦੇਵੇ। ਉਹ ਕਿਸੇ ਵੀ ਕਸਟਮਰ ਕੋਲੋਂ ਮੇਰੇ ਖਿਲਾਫ ਕੋਈ ਸ਼ਿਕਾਇਤ ਦਰਜ ਕਰਵਾ ਸਕਦਾ ਸੀ ਜਾਂ ਫਿਰ ਅਚਾਨਕ ਮੇਰੇ ਡਿਪੂ ਉੱਤੇ ਰਾਊਂਡ ਲੈਣ ਆਇਆ ਕਿਸੇ ਵੀ ਤਰ੍ਹਾਂ ਮੈਨੂੰ ਦੋਸ਼ੀ ਠਹਿਰਾ ਸਕਦਾ ਸੀ। ਆਖਰ ਉਹੀ ਹੋਇਆ ਜਿਹਦਾ ਮੈਨੂੰ ਡਰ ਸੀ। ਇੱਕ ਸਵੇਰ ਜਦੋਂ ਮੈਂ ਡਿਪੂ ਦਾ ਕੰਮ ਖਤਮ ਕਰਨ ਪਿੱਛੋਂ ਪਰਫਾਰਮਾ ਡਾਕਟ ਭਰ ਰਹੀ ਸੀ ਤਾਂ ਕੈਸ਼ੀਅਰ ਨੇ ਕੈਸ਼ ਰਿਸੀਵ ਕਰਨ ਪਿੱਛੋਂ ਮੈਨੂੰ ਟਰਮੀਨੇਸ਼ਨ ਆਰਡਰਸ ਫੜਾ ਦਿੱਤੇ ਤੇ ਦਸਖਤ ਕਰਨ ਲਈ ਕਿਹਾ। ਮੇਰੇ ਹੱਥ ਕੰਬਣ ਲੱਗੇ ਤੇ ਮੇਰੀ ਉੱਚੀ ਸਾਰੀ ਭੁੱਬ ਨਿਕਲ ਗਈ। ਕੈਸ਼ੀਅਰ ਚੁੱਪਚਾਪ ਖੜਾ ਮੇਰੀ ਹਾਲਤ ਉੱਤੇ ਅਫਸੋਸ ਜ਼ਾਹਰ ਕਰ ਰਿਹਾ ਸੀ, ਪਰ ਉਹ ਵੀ ਬੇਬਸ ਤੇ ਮਜਬੂਰ ਸੀ। ਡਿਪੂ ਦੀਆਂ ਚਾਬੀਆਂ ਕੈਸ਼ੀਅਰ ਨੂੰ ਸੰਭਾਲ ਜਦੋਂ ਮੈਂ ਉਦਾਸ ਚਿਹਰਾ ਲਈ ਖਾਲੀ ਹੱਥ ਡਿਪੂ ਤੋਂ ਘਰ ਵਾਪਸ ਮੁੜੀ ਤਾਂ ਮੇਰੀ ਸੱਸ ਮਾਂ ਜੀ ਦਾ ਮੱਥਾ ਪਹਿਲਾਂ ਹੀ ਠਣਕ ਗਿਆ। ਕਿਉਂ ਬਚਿੰਤ, ਕੀ ਗੱਲ ਹੋ ਗਈ? ਤੇਰੇ ਹੱਥ 'ਚ ਡਿਪੂ ਦਾ ਰਜਿਸਟਰ ਵੀ ਨਹੀਂ ਅੱਜ। ਮਾਂ, ਮੇਰੀ ਡਿਪੂ ਵਾਲੀ ਨੌਕਰੀ ਚਲੀ ਗਈ। ਉਹ ਕਿਵੇਂ? ਮੈਂ ਕੁਛ ਨਹੀਂ ਜਾਣਦੀ ਮਾਂ ਜੀ, ਮੇਰੀ ਕਿਸਮਤ ਹੀ ਭੈੜੀ ਲਿਖੀ ਹੈ ਉੱਪਰ ਵਾਲੇ ਨੇ। ਕੁਛ ਦੱਸ ਤਾਂ ਸਹੀ। ਮੈਂ ਕੀ ਦੱਸਦੀ, ਮੇਰੇ ਕੈਸ਼ੀਅਰ ਤੱਕ ਨੂੰ ਵੀ ਮੇਰੀ ਇਸ ਨੌਕਰੀ ਦੇ ਚਲੇ ਜਾਣ ਦਾ ਪਤਾ ਨਹੀਂ ਸੀ। ਘਰ 'ਚ ਜਿਵੇਂ ਚਾਰੇ ਕੋਨੇ ਮਾਤਮ ਛਾ ਗਿਆ। ਘਰ ਦੇ ਸਾਰੇ ਜੀਅ ਮੈਨੂੰ ਘੂਰ-ਘੂਰ ਕੇ ਦੇਖਦੇ, ਜਿਵੇਂ ਮੈਨੂੰ ਕਹਿ ਰਹੇ ਹੁਣ, ਬਚਿੰਤ ਸਾਨੂੰ ਤੇਰੇ ਤੇ ਬੜਾ ਮਾਣ ਸੀ, ਪਰ ਤੂੰ ਤਾਂ ਮੂਲੋਂ ਹੀ ਨਿਕੰਮੀ ਨਿਕਲੀ। ਇੰਨਾ ਪੜ੍ਹ ਲਿਖ ਕੇ ਕਲਰਕ ਦੀ ਨੌਕਰੀ ਵੀ ਨਾ ਮਿਲੀ। ਹੁਣ ਦੱਸ, ਤੇਰੇ ਬੱਚਿਆਂ ਦੀ ਜ਼ਿੰਮੇਵਾਰੀ ਅਸੀਂ ਕਦੋਂ ਤੱਕ ਚੁੱਕ ਸਕਦੇ ਹਾਂ? ਬ੍ਰਾਈਟ ਵੇਜ਼ ਉੱਤੇ ਜਾਂਦਿਆਂ ਵੀ ਹੁਣ ਮੈਨੂੰ ਲੱਗਦਾ ਜਿਵੇਂ ਮੈਂ ਆਪ ਹੀ ਆਪਣੇ ਕੰਧਿਆਂ ਉੱਤੇ ਆਪਣੀ ਲਾਸ਼ ਚੁੱਕੀ ਤੁਰ ਰਹੀ ਹੋਵਾਂ। ਸ਼ੋਅਰੂਮ ਉੱਤੇ ਜਾ ਕੇ ਮੈਂ ਚੁੱਪਚਾਪ ਕਾਊਂਟਰ 'ਤੇ ਖੜੀ ਰਹਿੰਦੀ। ਕੋਈ ਕਸਟਮਰ ਆਉਂਦਾ ਤਾਂ ਉਹਨੂੰ ਉਹੀ ਚੀਜ਼ ਦੇ ਕੇ ਵਾਪਸ ਤੋਰ ਦਿੰਦੀ ਜੋ ਉਹਨੇ ਮੈਥੋਂ ਮੰਗੀ ਹੁੰਦੀ। ਅਗਲੀ ਕਿਸੇ ਹੋਰ ਚੀਜ਼ ਬਾਰੇ ਉਹਨੂੰ ਮੈਂ ਕਨਵੈਸਿੰਗ ਨਾ ਕਰਦੀ। ਮਾਲਕ ਇੱਕ ਅੱਧਾ ਦਿਨ ਤਾਂ ਬਰਦਾਸ਼ਤ ਕਰਦੇ ਰਹੇ। ਹਾਰ ਕੇ ਉਹਨਾਂ ਨੇ ਮੈਨੂੰ ਮੇਰਾ ਮੂੰਹ ਦੇਖਣ ਲਈ ਤਾਂ ਨਹੀਂ ਸੀ ਰੱਖਿਆ, ਕੰਮ ਕਰਨ ਲਈ ਰੱਖਿਆ ਸੀ। ਖੜੀ ਲੱਤ, ਹੱਡ ਭੰਨਵੀਂ ਮਿਹਨਤ ਕਰਕੇ ਹੀ ਕੋਈ ਪ੍ਰਾਈਵੇਟ ਕੰਪਨੀ ਤੋਂ ਪੈਸੇ ਲੈ ਸਕਦਾ ਹੈ।
ਇੱਕ ਦਿਨ ਦੋਹਾਂ 'ਚੋਂ ਵੱਡੇ ਭਰਾ ਨੇ ਮੈਨੂੰ ਸ਼ੋਅਰੂਮ ਦੇ ਪਿਛਲੇ ਪਾਸੇ ਪਏ ਕੂੜੇ ਕਬਾੜ ਕੋਲ ਬੁਲਾ ਕੇ ਕਿਹਾ, ਬਚਿੰਤ, ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਤੂੰ ਕੰਮ 'ਚ ਬਿਲਕੁਲ ਇੰਟਰਸਟ ਨਹੀਂ ਲੈ ਰਹੀ। ਜੇਕਰ ਤੇਰਾ ਚਿੱਤ ਨਹੀਂ ਕਰਦਾ ਕੰਮ ਕਰਨ ਨੂੰ, ਤੂੰ ਬੜੀ ਖੁਸ਼ੀ ਨਾਲ ਅਸਤੀਫਾ ਦੇ ਸਕਦੀ ਹੈ। ਤੇਰੇ ਇੰਜ ਖੜੇ ਹੋਣ ਨਾਲ ਬਾਕੀ ਕੁੜੀਆਂ ਉੱਤੇ ਬੁਰਾ ਅਸਰ ਪੈਂਦਾ ਹੈ ਤੇ ਅਸਰ ਸਾਡੇ ਬਿਜ਼ਨਸ ਨੂੰ ਨੁਕਸਾਨ ਪਹੁੰਚਾਏਗਾ। ਆਖਰ ਤੇਰੀ ਮਰਜ਼ੀ ਕੀ ਹੈ? ਸਾਫ਼-ਸਾਫ਼ ਦੱਸ ਦੇ। ਮਰਜ਼ੀ ਤਾਂ ਕੰਮ ਕਰਨ ਦੀ ਹੈ ਵੀਰ ਜੀ, ਫਿਰ ਦਿਲ ਲਾ ਕੇ ਕੰਮ ਕਿਉਂ ਨਹੀਂ ਕਰਦੀ? ਹੁਣ ਮੈਂ ਦਿਲ ਲਾ ਕੇ ਕੰਮ ਕਰਾਂਗੀ। ਠੀਕ ਹੈ, ਅਸੀਂ ਹਫ਼ਤਾ ਭਰ ਤੈਨੂੰ ਹੋਰ ਦੇਖਦੇ ਹਾਂ, ਨਹੀਂ ਤਾਂ ਅਸੀਂ ਆਪ ਤੈਨੂੰ ਮਹੀਨੇ ਦਾ ਨੋਟਿਸ ਇਸ਼ੂ ਕਰ ਦਿਆਂਗੇ। ਉਹਨਾਂ ਦੀ ਚੇਤਾਵਨੀ ਸੁਣ ਕੇ ਮੈਂ ਅੰਦਰੋਂ ਅੰਦਰੀ ਕੰਬ ਗਈ। ਮੇਰਾ ਦਿਲ ਦਹਿਲ ਗਿਆ ਤੇ ਮੈਂ ਆਉਣ ਵਾਲੇ ਕੱਲ੍ਹ ਨੂੰ ਚਿਤਵਣ ਲੱਗੀ, ਜੇ ਕਿਤੇ ਐਸਾ ਹੋ ਗਿਆ ਤਾਂ ਮੇਰੇ ਨਿੱਕੇ ਨਿੱਕੇ ਬੱਚਿਆਂ ਦਾ ਕੀ ਹੋਊ? ਸਹੁਰਾ ਮੇਰਾ ਤਾਂ ਉਂਝ ਹੀ ਸੂਈ 'ਚ ਧਾਗਾ ਪਾਉਣ ਜੋਗਾ ਨਹੀਂ। ਘਰ ਜਾ ਕੇ ਮੈਂ ਕਿਸੇ ਨਾਲ ਕੋਈ ਗੱਲ ਨਾ ਕਰ ਸਕੀ। ਚੁੱਪਚਾਪ ਜਾ ਕੇ ਮੰਜੇ 'ਤੇ ਲੇਟ ਗਈ। ਨਾ ਰੋਟੀ ਪਕਾਈ, ਨਾ ਖਾਧੀ, ਨਾ ਵਿਲਕਦੇ ਬੱਚਿਆਂ ਦਾ ਹੀ ਕੋਈ ਖਿਆਲ ਕੀਤਾ। ਬਸ ਅੱਜ ਇੱਕ ਸੋਚ ਮੇਰੇ ਮਨ 'ਚ ਬਾਰ-ਬਾਰ ਉਤਰ ਰਹੀ ਸੀ ਕਿ ਮੈਂ ਕਿਸੇ ਡੂੰਘੇ ਖੂਹ ਖਾਤੇ 'ਚ ਛਾਲ ਮਾਰ ਦੇਵਾਂ ਜਾਂ ਫਿਰ ਸਭ ਕੁਝ ਲਿਖ ਕੇ ਕੁਝ ਖਾ ਕੇ ਮਰ ਜਾਵਾਂ। ਪਰ ਇਹਨਾਂ ਦੋਹਾਂ ਗੱਲਾਂ 'ਚੋਂ ਮੈਂ ਇੱਕ ਵੀ ਨਾ ਕਰ ਸਕੀ। ਬ੍ਰਾਈਟਵੇਜ਼ ਉੱਤੇ ਕੁੜੀਆਂ 'ਚ ਮੇਰੇ ਬਾਰੇ ਘੁਸਰ-ਮੁਸਰ ਹੋਣ ਲੱਗੀ। ਮਾਲਕ ਮੇਰੇ ਚਿਹਰੇ ਨੂੰ ਤਾੜਦੇ ਰਹਿੰਦੇ, ਪਰ ਕੋਈ ਇੱਕ ਵੀ ਐਸਾ ਨਹੀਂ ਸੀ ਜਿਹਨੇ ਮੇਰੀ ਇਸ ਦਸ਼ਾ ਦਾ ਕਾਰਨ ਜਾਣਨਾ ਚਾਹਿਆ ਹੋਵੇ। ਇੱਕ ਦਿਨ ਕਾਊਂਟਰ 'ਤੇ ਖੜ੍ਹਿਆਂ ਜਦੋਂ ਇੱਕ ਲੇਡੀ ਕਸਟਮਰ ਨੇ ਮੇਰੇ ਕੋਲੋਂ ਜ਼ਹਿਰ ਮੋਹਰੇ ਰੰਗ ਦਾ ਪੇਟੀਕੋਟ ਮੰਗਿਆ ਤਾਂ ਮੈਂ ਇੱਧਰ-ਉੱਧਰ ਦੇਖ ਕੇ ਉਹਨੂੰ ਕਿਹਾ, ਸੌਰੀ ਮੈਡਮ, ਇਹ ਕਲਰ ਨਹੀਂ ਹੈ। ਮੈਨੇਜਰ ਭੱਜਿਆ ਮੇਰੇ ਕਾਊਂਟਰ 'ਤੇ ਆਇਆ ਤੇ ਪਿੱਛੋਂ ਸ਼ੈਲਫ ਉੱਤੋਂ ਜ਼ਹਿਰ ਮੋਹਰਾ ਰੰਗ ਪੀਕੌਕ ਕਲਰ ਦਾ ਪੇਟੀਕੋਟ ਕੱਢ ਕੇ ਕਸਟਮਰ ਨੂੰ ਦੇਣ ਪਿੱਛੋਂ ਉਹਨੇ ਮੈਨੂੰ ਅੰਦਰ ਬੁਲਾਇਆ ਤੇ ਖੂਬ ਡਾਂਟ ਡਪਟ ਕੀਤੀ। ਪਿੱਛੋਂ ਮੇਰੀ ਪਰੇਸ਼ਾਨੀ ਬਾਰੇ ਵੀ ਪੁੱਛਿਆ। ਬਸ ਉਹਦੇ ਮੂੰਹੋਂ ਦੋ ਲਫ਼ਜ਼ ਹਮਦਰਦੀ ਦੇ ਕੀ ਨਿਕਲੇ, ਮੇਰੀਆਂ ਭੁੱਬਾਂ ਨਿਕਲ ਗਈਆਂ ਤੇ ਮੈਂ ਡੀਪੂ ਵਾਲੀ ਨੌਕਰੀ ਚਲੀ ਜਾਣ ਦੀ ਸਾਰੀ ਗੱਲ ਉਹਨੂੰ ਦੱਸੀ। ਉਹਨੇ ਮੈਨੂੰ ਭਰੋਸਾ ਦਿਵਾਇਆ ਕਿ ਜੇਕਰ ਮੈਂ ਉੱਥੇ ਚਿੱਤ ਲਾ ਕੇ ਕੰਮ ਕਰਕੇ ਦਿਖਾਵਾਂ, ਮੇਰੀ 15 ਰੁਪਏ ਤਨਖਾਹ ਵਧਾ ਦਿੱਤੀ ਜਾਏਗੀ। ਮੈਨੂੰ ਕਾਫੀ ਹੌਸਲਾ ਹੋਇਆ ਤੇ ਮੈਂ ਮੁੜ ਜਾਨ ਮਾਰ ਕੇ ਕੰਮ ਕਰਨ ਲੱਗੀ। 3 ਸਾਲ ਮੈਂ ਬ੍ਰਾਈਟਵੇਜ਼ ਉੱਤੇ ਨੌਕਰੀ ਕਰਦੀ ਰਹੀ ਤੇ ਘਰ ਦਾ ਤੋਰਾ ਕਿਵੇਂ ਨਾ ਕਿਵੇਂ ਔਖਿਆਂ ਸੌਖਿਆਂ ਤੁਰ ਰਿਹਾ ਸੀ। ਪਰ ਅਚਾਨਕ ਇੱਕ ਬਿੱਜ ਸਾਡੇ ਘਰ 'ਤੇ ਆ ਡਿੱਗੀ। 28 ਸਤੰਬਰ 1964 ਨੂੰ ਇੱਕ ਦਿਨ ਦਿੱਲੀ 'ਚ ਅੰਤਾਂ ਦੀ ਹਨੇਰੀ ਆਈ। ਝੱਖੜ ਝੁੱਲਿਆ, ਵੱਡੇ-ਵੱਡੇ ਦਰਖਤ ਸੜਕਾਂ ਉੱਤੇ ਟੁੱਟ ਕੇ ਡਿੱਗ ਪਏ। ਫਿਰ ਕਿਸੇ ਪਰਲੋ ਵਰਗਾ ਮੁਸਲਾਧਾਰ ਮੀਂਹ ਵਸਿਆ। ਪੂਸਾ ਰੋਡ, CTI, ਕਾਲਜ ਰੋਡ ਦੇ ਮੋੜ ਵਾਲੀ ਸੜਕ ਉੱਤੇ ਕਾਰਾਂ ਮੋਟਰਾਂ ਪਾਣੀ 'ਚ ਡੁੱਬ ਗਈਆਂ ਤੇ ਇਸੇ ਮਨਹੂਸ ਘੜੀ ਮੇਰੇ ਸੱਚੇ ਮਿੱਤਰ, ਮੇਰੇ ਭਗਵਾਨ, ਮੇਰੇ ਪਿਤਾ ਸਹੁਰਾ ਸਾਹਿਬ ਨੇ ਆਪਣੀ ਉਂਗਲੀ ਸਾਡੇ ਹੱਥੋਂ ਸਦਾ ਲਈ ਛੁਡਾ ਲਈ ਤੇ ਸਾਨੂੰ ਸਾਰੇ ਟੱਬਰ ਨੂੰ ਇੱਕ ਐਸੇ ਭੰਵਰ ਦੇ ਹਵਾਲੇ ਕਰ ਦਿੱਤਾ ਜੋ ਸਭ ਕੁਝ ਆਪਣੇ ਨਾਲ ਲੈ ਕੇ ਪਤਾਲ 'ਚ ਜਾ ਕੇ ਕਿਧਰੇ ਗਰਕ ਹੁੰਦਾ ਸੀ। ਇਸ ਅੰਨੇ ਤੂਫਾਨ 'ਚ ਮੇਰੇ ਸਹੁਰਾ ਸਾਹਿਬ ਪਤਾ ਨਹੀਂ ਕਿਵੇਂ ਤੇ ਕਿੱਥੇ ਪੈਰੋਂ ਉਖੜ ਕੇ ਤੂਫਾਨ 'ਚ ਵਹਿ ਗਏ। ਜਦੋਂ 3 ਦਿਨਾਂ ਪਿੱਛੋਂ ਇਰਵਨ ਹਸਪਤਾਲ 'ਚੋਂ ਸਾਨੂੰ ਇੱਕ ਬੈੱਡ 'ਤੇ ਬੇਹੋਸ਼ ਪਏ ਮਿਲੇ ਤਾਂ ਪੁਲਿਸ ਦੇ ਇੱਕ ਬੰਦੇ ਨੇ ਸਾਨੂੰ ਦੱਸਿਆ ਕਿ ਸਾਨੂੰ 30 ਹਜ਼ਾਰੀ ਪੁਲ ਉੱਤੋਂ ਇਸੇ ਤਰ੍ਹਾਂ ਬੇਹੋਸ਼ ਡਿੱਗੇ ਮਿਲੇ ਸਨ ਤੇ ਅੱਜ ਤੱਕ ਹੋਸ਼ 'ਚ ਨਹੀਂ ਆਏ। 3 ਰਾਤਾਂ 3 ਦਿਨ ਸਾਰਾ ਟੱਬਰ ਉਹਨਾਂ ਦੇ ਸਾਹਮਣੇ ਖੜਾ ਰਿਹਾ। ਅੰਤ ਬਿਨਾਂ ਇੱਕ ਬੋਲ ਕਿਸੇ ਨਾਲ ਸਾਂਝਾ ਕਰਿਆ ਉਹ ਇਸ ਦੁਨੀਆ ਤੋਂ ਲੰਬੇ ਹੋ ਗਏ। ਹੁਣ ਮੁਸੀਬਤਾਂ ਦਾ ਭਾਰੀ ਪਹਾੜ ਮੇਰੇ 'ਤੇ ਟੁੱਟ ਪਿਆ ਸੀ। ਮਕਾਨ ਮਾਲਕ ਰੋਜ਼ ਤੰਗ ਕਰਨ ਲੱਗਿਆ ਕਿ ਕਿਰਾਇਆ ਵਧਾਓ ਜਾਂ ਮਕਾਨ ਖਾਲੀ ਕਰੋ। ਘਰ ਦੀ ਰੀੜ੍ਹ ਦੀ ਹੱਡੀ ਤਾਂ ਪਹਿਲਾਂ ਹੀ ਟੁੱਟ ਚੁੱਕੀ ਸੀ। ਕੁੱਲ 115 ਰੁਪਏ ਆਮਦਨੀ, 3 ਬੱਚੇ, ਇੱਕ ਬਿਮਾਰ ਸੱਸ ਤੇ ਦੂਜੀ ਜਵਾਨ ਜਹਾਨ ਨਣਦ ਤੇ ਪਤੀ ਦਾ ਤਾਂ ਕਹਿਣਾ ਹੀ ਕੀ। ਨਣਦ 10ਵੀਂ ਜਮਾਤ 'ਚੋਂ ਚੌਥੀ ਵਾਰ ਫੇਲ ਹੋ ਗਈ ਸੀ। ਅੰਤ ਮੈਂ ਜਦੋਂ 15 ਰੁਪਏ ਕਿਰਾਇਆ ਦੇਣ ਜੋਗੀ ਵੀ ਨਾ ਰਹੀ ਤੇ ਉੱਤੋਂ ਮਕਾਨ ਮਾਲਕ ਮੁਕੱਦਮਾ ਦਾਇਰ ਕਰਨ ਤੇ ਤੁਲ ਗਿਆ ਤਾਂ ਅਸੀਂ ਉਸ ਮਕਾਨ ਨੂੰ ਤਾਲਾ ਲਾ ਬੁੱਧਾ ਗਾਰਡਨ ਨੂੰ ਜਾਂਦੀ R ਬਲਾਕ ਵਾਲੀ ਸੜਕ ਉੱਤੇ ਪੱਥਰ ਢੋ ਇੱਕ ਕੱਖਾਂ ਕਾਨਿਆਂ ਦੀ ਝੌਂਪੜੀ ਬਣਾ ਲਈ। ਇਸ ਝੌਂਪੜੀ ਵਾਲੀ ਥਾਂ 'ਤੇ ਇੱਕ ਟੋਏ ਦਾ ਕਬਜ਼ਾ ਲੈਣ ਲਈ ਮੈਂ ਪੂਰੇ 150 ਰੁਪਏ ਦਿੱਤੇ ਸਨ, ਸਿਰਫ ਇਸ ਕਰਕੇ ਕਿ ਉਸ ਟੋਏ ਵਿੱਚ ਟੋਆ ਵੇਚਣ ਵਾਲਾ ਆਪਣਾ ਕੂੜਾ ਸਿੱਟਦਾ ਸੀ ਤੇ ਇਸੇ ਕਰਕੇ ਉਹਦਾ ਉਸ ਟੋਏ ਉੱਤੇ ਕਬਜ਼ਾ ਸੀ। ਅਸੀਂ ਸਾਰੇ ਟੱਬਰ ਦੇ ਜੀਅ ਜਦੋਂ ਬਾਹਰ ਜੰਗਲ ਪਾਣੀ ਜਾਂਦੇ ਤਾਂ ਮੁੜਦੇ ਹੋਏ ਇੱਕ ਪੱਥਰ ਸਿਰ ਉੱਤੇ ਚੁੱਕ ਲਿਆਉਂਦੇ। ਇਉਂ ਝੌਂਪੜੀ ਦੀਆਂ 3 ਕੰਧਾਂ ਉੱਚੀਆਂ ਕਰਨ 'ਚ ਸਾਨੂੰ ਪੂਰੇ 3 ਮਹੀਨੇ ਲੱਗ ਗਏ। ਬੱਚੇ ਤਾਂ ਛੋਟੇ-ਛੋਟੇ ਰੋੜੇ ਹੀ ਢੋ ਸਕਦੇ ਸਨ। ਮਾਂ ਜੀ, ਸੱਸ ਮੇਰੀ ਨੂੰ ਇੱਥੇ ਆ ਕੇ ਸੱਜੇ ਪਾਸੇ ਅਧਰੰਗ ਮਾਰ ਗਿਆ। ਬਾਕੀ ਬਚੀਆਂ ਮੈਂ ਤੇ ਮੇਰੀ ਨਣਦ। ਸਰਦਾਰ ਸਾਹਿਬ ਨੂੰ ਪਿਓ ਦੇ ਮਰਨ ਪਿੱਛੋਂ ਮਾੜੀ ਜੀ ਹੋਸ਼ ਆਈ ਕਿ ਉਹਦਾ ਵੀ ਕੋਈ ਟੱਬਰ ਹੈ, ਉਹਦੇ ਵੀ ਨਿੱਕੇ-ਨਿੱਕੇ ਬੱਚੇ ਹਨ। ਇੱਕ ਮੁਟਿਆਰ ਭੈਣ ਹੈ ਤੇ ਇੱਕ ਬਿਮਾਰ ਅਧਰੰਗ ਦੀ ਮਾਰੀ ਮਾਂ।
ਮਾਂ ਦੀ ਦਵਾਈ ਬਹੁਤ ਜ਼ਰੂਰੀ ਸੀ, ਪਰ ਉਹ ਤੋਂ ਵੀ ਜ਼ਰੂਰੀ ਸੀ 2 ਵਕਤ ਦੀ ਰੋਟੀ। ਬੱਚਿਆਂ ਦੇ ਮੂੰਹ ਚੋਗਾ ਪਾਉਣਾ ਤਾਂ ਹਰ ਮਾਂ-ਪਿਓ ਦਾ ਪਹਿਲਾ ਫਰਜ਼ ਹੁੰਦਾ ਹੈ। 2 ਵਕਤਾਂ ਦੀ ਰੋਟੀ ਤਾਂ ਇੱਕ ਪਾਸੇ, ਇੱਥੇ ਤਾਂ ਪੂਰੀ ਪਿਆਸ ਮਿਟਾਉਣ ਲਈ ਪਾਣੀ ਦਾ ਵੀ ਸੋਕਾ ਪਿਆ ਰਹਿੰਦਾ ਸੀ। ਪਾਣੀ ਸਾਡੀਆਂ ਝੁੱਗੀਆਂ ਤੋਂ ਕਈ ਕੋਹ ਦੂਰ ਮਿਊਨਿਸਪੈਲਿਟੀ ਦੇ ਨਲਕੇ ਤੋਂ ਲਿਆਉਣਾ ਪੈਂਦਾ ਸੀ। ਗਰਮੀ ਦੀ ਰੁੱਤੇ ਇੱਕ ਘੜਾ ਪਾਣੀ ਤਾਂ ਦੁਪਹਿਰਾਂ ਤੱਕ ਪੀਣ ਨਾਲ ਹੀ ਮੁੱਕ ਜਾਂਦਾ। ਫਿਰ ਨਹਾਉਣਾ ਧੋਣਾ, ਬਿਮਾਰ ਮਾਂ ਜੀ ਦੇ ਪਿਸ਼ਾਬ ਪਖਾਨੇ ਵਾਲੇ ਕੱਪੜੇ ਵੀ ਧੋਣੇ ਕਰਨੇ, ਤੇ ਜੋ ਮੈਂ ਬਹੁਤ ਦੂਰ ਇੱਕ ਪਹਾੜੀ ਦੀ ਢਲਾਣ ਦੇ ਹੇਠਾਂ ਛੱਪੜ ਵਿੱਚ ਜਾ ਕੇ ਧੋ ਲਿਆਉਂਦੀ ਸੀ। ਇਹ ਥਾਂ ਅਜੇ ਵੀ ਉਵੇਂ ਦੀ ਉਵੇਂ ਪਈ ਹੈ। ਜਿਸ ਨਲਕੇ ਤੋਂ ਅਸੀਂ ਪੀਣ ਵਾਲਾ ਪਾਣੀ ਝੌਂਪੜੀਆਂ ਵਾਲੇ ਲੈਣ ਲਈ ਜਾਂਦੇ, ਉੱਥੇ ਹੋਰ ਵੀ ਲੋਕ ਵਸਦੇ ਸਨ। ਸੋ ਇੱਕ ਗਾਗਰ ਪਾਣੀ ਲਈ ਘੰਟਾ ਡੂਢ ਘੰਟਾ ਲੰਬੀ ਲਾਈਨ 'ਚ ਲੱਗਣਾ ਪੈਂਦਾ। ਮੀਂਹ ਜਾਏ ਝੱਖੜ ਜਾਏ, ਲੰਬੀ ਕਤਾਰ 'ਚ ਖੜੇ ਹੋਣਾ ਪੈਂਦਾ ਸੀ। ਐਡੀ ਕੋਹ ਭਰ ਦੀ ਦੂਰੀ ਤੋਂ ਪਾਣੀ ਲਿਆਉਣ ਵਿੱਚ ਮਹੀਨੇ 'ਚ ਇੱਕ ਅੱਧ ਘੜਾ ਜ਼ਰੂਰ ਟੁੱਟ ਜਾਂਦਾ। ਉਦੋਂ ਘੜਾ ਰੁਪਏ ਜਾਂ 12 ਆਨੇ ਦਾ ਆਉਂਦਾ ਸੀ, ਤੇ ਉਦੋਂ 1 ਰੁਪਇਆ ਤਾਂ ਸਾਡੇ ਲਈ ਬੜੀ ਵੱਡੀ ਰਕਮ ਦੇ ਬਰਾਬਰ ਹੁੰਦਾ ਤੇ ਸਾਡੀਆਂ ਕਈ ਥੋੜ੍ਹਾਂ ਪੂਰੀਆਂ ਕਰਦਾ ਸੀ। ਅੱਧਾ ਕਿਲੋ ਦਾਲ ਜਾਂ ਅੱਧਾ ਕਿਲੋ ਚਾਵਲ ਇਸੇ ਰੁਪਏ ਨਾਲ ਖਰੀਦੇ ਜਾ ਸਕਦੇ ਸਨ। ਖੈਰ, ਜਦੋਂ ਬੱਚੇ ਪਾਣੀ ਲੈਣ ਜਾਂਦੇ ਤਾਂ 30 ਚੌਥੇ ਦਿਨ ਘੜਾ 'ਚ ਫੋੜ ਆਉਂਦੇ। ਆਖਰ ਮੈਂ ਆਪਣੀ ਬੇਬੇ ਕੋਲੋਂ ਲੋਹੇ ਦੀ ਗਾਗਰ ਪਟਿਆਲਿਓਂ ਮੰਗਵਾਈ, ਜੋ ਅਸੀਂ ਰੌਲਿਆਂ ਸਮੇਤ ਧੋਬੀਆਂ ਦੇ ਘਰੋਂ ਚੁੱਕੀ ਸੀ। ਇਸ ਗਾਗਰ ਨਾਲ ਸਿਰਫ ਮੈਂ ਹੀ ਪਾਣੀ ਢੋ ਸਕਦੀ ਸੀ, ਕਿਉਂਕਿ ਬੱਚਿਆਂ ਤੋਂ ਇਸ ਗਾਗਰ ਦਾ ਭਾਰ ਨਹੀਂ ਸੀ ਚੁੱਕਿਆ ਜਾਂਦਾ। ਸਾਉਣ ਮਹੀਨੇ ਜਦੋਂ ਮੀਂਹ ਬਹੁਤਾ ਵਰਦਾ ਤਾਂ ਸਾਡੀ ਝੌਂਪੜੀ ਤਿਪ ਚੋਣ ਲੱਗਦੀ, ਪਰ ਸਾਨੂੰ ਮੀਂਹ ਦਾ ਬਹੁਤਾ ਚਾਅ ਵੀ ਰਹਿੰਦਾ, ਕਿਉਂਕਿ ਇਸ ਮੀਂਹ ਦੇ ਪਾਣੀ ਨੂੰ ਵਿਹੜੇ 'ਚ ਟੋਇਆ ਪੁੱਟ ਕੇ ਅਸੀਂ ਇਕੱਠਾ ਕਰ ਲੈਂਦੇ ਤੇ ਫਿਰ ਪੀਪੇ 'ਚ ਭਰ ਲੈਂਦੇ। ਲਿੱਪਾ ਪੋਚੀ, ਜੰਗਲ ਪਾਣੀ ਜਾਣ ਦੇ ਕੰਮ 'ਚ ਇਹਦੀ ਵਰਤੋਂ ਕਰਦੇ। ਐਸਾ ਕਰਨ ਨਾਲ ਮੈਂ ਇੱਕ ਅੱਧ ਗਾਗਰ ਪਾਣੀ ਲਿਆਉਣ ਤੋਂ ਬਚ ਜਾਂਦੀ। ਕਈ ਵਾਰੀ ਰਾਤ ਸਮੇਂ 9-9, 10-10 ਵਜੇ ਸੁੰਨੀ ਸੜਕ ਉੱਤੋਂ ਲੰਘ ਕੇ ਪਾਣੀ ਢੋਣਾ ਪੈਂਦਾ ਸੀ, ਤੇ ਟਿਕੀ ਰਾਤ ਝਾੜੀਆਂ ਵਿੱਚੋਂ ਗਿੱਦੜ ਇੱਧਰ ਉੱਧਰ ਭੱਜਦੇ ਮੇਰਾ ਕਲੇਜਾ ਧੂ ਜਾਂਦੇ। ਜਿਵੇਂ ਕਿਵੇਂ ਵੇਲਾ ਲੰਘਦਾ ਰਿਹਾ। ਅਗਲੇ ਵਰੇ ਫਿਰ ਕਿਵੇਂ ਨਾ ਕਿਵੇਂ ਮੇਰੀ ਨਣਦ ਦਾ ਪੰਜਾਬ ਮੈਟ੍ਰਿਕ ਦਾ ਦਾਖਲਾ ਭਰਿਆ, ਤੇ ਉਹ 5ਵੀਂ ਵਾਰੀ ਪੂਰੇ ਨੰਬਰ ਲੈ ਕੇ 10ਵੀਂ 'ਚੋਂ ਪਾਸ ਹੋ ਗਈ। ਸਾਡੇ ਲਈ ਇਹ ਬੇਹੱਦ ਖੁਸ਼ੀ ਦਾ ਦਿਨ ਸੀ। ਉਹਦਾ ਨਤੀਜਾ ਸੁਣ ਕੇ ਮਾਂ ਜੀ ਸੱਸ ਦੇ ਚਿਹਰੇ 'ਤੇ ਗੁਲਾਬੀ ਜੀ ਭਾਅ ਫੈਲ ਗਈ, ਪਰ ਮੈਂ ਜਾਣਦੀ ਸੀ ਕਿ ਉਸ ਨੂੰ ਕੋਈ ਟ੍ਰੇਨਿੰਗ ਕਰਵਾ ਕੇ ਹਰ ਹਾਲ ਨੌਕਰੀ 'ਤੇ ਲਵਾਉਣਾ ਬਹੁਤ ਜ਼ਰੂਰੀ ਸੀ, ਕਿਉਂਕਿ ਉਹਦੀ ਸ਼ਾਦੀ ਨਹੀਂ ਸੀ ਹੋ ਸਕਦੀ, ਉਹਦੀ ਕਿਸੇ ਅੰਦਰਲੀ ਕਮੀ ਦੇ ਕਾਰਨ। ਮੈਨੂੰ ਮਾਂ ਦੀ ਦਵਾ ਦਾਰੂ ਦਾ ਕੋਈ ਹੀਲਾ ਨਹੀਂ ਸੀ ਲੱਭਿਆ। ਜੇਠ ਜਠਾਣੀ 1962 ਵਿੱਚ ਭਾਰਤ ਛੱਡ ਕੇ ਲੰਦਨ ਜਾ ਵਸੇ ਸਨ। ਉਹਨਾਂ ਨੂੰ ਮਾਂ ਜੀ ਦੀ ਬਿਮਾਰੀ ਬਾਰੇ ਚਿੱਠੀ ਲਿਖੀ, ਸ਼ਾਇਦ ਉਹੀ ਕੁਝ ਪੈਸੇ ਭੇਜ ਦੇਣ, ਪਰ ਉਹਨਾਂ ਦਾ ਜਵਾਬ ਆਇਆ ਕਿ ਮਾਂ ਜੀ ਨੂੰ ਜਹਾਜ਼ ਚੜ੍ਹਾ ਕੇ ਸਾਡੇ ਕੋਲ ਲੰਦਨ ਭੇਜ ਦਿਓ, ਇੱਥੇ ਅਸੀਂ ਆਪਣੇ ਆਪ ਇਲਾਜ ਕਰਵਾ ਲਾਂਗੇ। ਪਰ ਇੱਥੇ ਤਾਂ ਲੰਦਨ ਨੂੰ ਚਿੱਠੀ ਪਾਉਣ ਜੋਗੇ ਪੈਸੇ ਮਸਾਂ ਜੁੜਦੇ ਸੀ, ਤੇ ਮਾਂ ਨੂੰ ਕਿਵੇਂ ਲੰਦਨ ਭੇਜਦੇ। ਦਿਨ ਲੰਘਦੇ ਗਏ। ਬੱਚੇ ਦੋਵੇਂ ਸਰਕਾਰੀ ਸਕੂਲ 'ਚ ਜਾਣ ਲੱਗ ਪਏ ਸਨ। ਮੈਂ ਆਪਣੀ ਨਣਦ ਨੂੰ ਕਿਸੇ ਟ੍ਰੇਨਿੰਗ ਲਈ ਭੇਜਣ ਵਾਸਤੇ ਸੋਚਣ ਲੱਗੀ। ਅਚਾਨਕ ਇੱਕ ਸਵੇਰ ਮੇਰੇ ਦਫ਼ਤਰ ਦੇ IAS RI ਦੇ ਕੇਅਰ ਟੇਕਰ ਮਿਸਟਰ ਧਨੀ ਰਾਮ ਜੀ ਨੇ ਮਾਰਨਿੰਗ ਵਾਕ ਲਈ ਬੁੱਧਾ ਪਾਰਕ ਨੂੰ ਜਾਂਦਿਆਂ ਰਾਹ 'ਚ ਸਾਡੀ ਝੌਂਪੜੀ ਦਾ ਬੂਹਾ ਆ ਖੜਕਾਇਆ। ਤੁਸੀਂ? ਹਾਂ, ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇਣ ਆਇਆ। ਕੀ? ਆਪਣੇ ਦਫ਼ਤਰ ਕੰਪਿਊਟਰ ਲੱਗ ਰਿਹਾ ਹੈ। ਇੱਥੇ ਘੱਟ ਤੋਂ ਘੱਟ 100 ਵੈਕੈਂਸੀਆਂ ਨਿਕਲ ਆਈਆਂ। ਕੀ ਪੰਚ ਆਪਰੇਟਰਸ ਦੀਆਂ। ਸੋ ਤੁਸੀਂ 3 ਮਹੀਨੇ ਦੀ ਕੀ ਪੰਚ ਆਪਰੇਟਰ ਦੀ ਟ੍ਰੇਨਿੰਗ ਕਰ ਲਓ ਛੇਤੀ ਨਾਲ, ਅਤੇ ਐਮਪਲਾਇਮੈਂਟ ਐਕਸਚੇਂਜ ਤੋਂ ਟੈਸਟ ਪਾਸ ਕਰ ਲਓ ਅਕਤੂਬਰ ਤੱਕ। ਨਾਂ ਤੁਹਾਡਾ ਜ਼ਰੂਰ ਆ ਜਾਏਗਾ ਐਮਪਲਾਇਮੈਂਟ ਤੋਂ, ਕਿਉਂਕਿ ਅਸੀਂ 150 ਤੋਂ ਵੱਧ ਕੈਂਡੀਡੇਟਸ ਮੰਗੇ ਹੈ ਟੈਸਟ ਲਈ। ਇਸ ਵਾਰੀ ਤੁਹਾਡਾ ਕੰਮ ਜ਼ਰੂਰ ਬਣ ਜਾਏਗਾ। ਇਹ ਜੌਬ ਟੈਲੀਫੋਨ ਆਪਰੇਟਰ ਦੀ ਜੌਬ ਨਾਲੋਂ ਵੀ ਕਿਤੇ ਚੰਗੀ ਹੈ, ਨਾਲੇ ਤਨਖਾਹ ਵੀ ਜ਼ਿਆਦਾ ਹੈ। ਪਰ ਵੀਰਾ, ਮੈਂ ਟ੍ਰੇਨਿੰਗ ਲਈ ਪੈਸੇ ਕਿੱਥੋਂ ਲਿਆਵਾਂ? ਇੱਥੇ ਤਾਂ 2 ਵਕਤਾਂ ਦੀ ਰੋਟੀ ਦੇ ਲਾਲੇ ਪਏ ਨੇ, ਉੱਤੋਂ ਮਾਂ ਜੀ ਅਧਰੰਗ ਨਾਲ ਪਈ ਹੈ, ਉਹਦਾ ਸੱਜਾ ਪਾਸਾ ਬਿਲਕੁਲ ਮਾਰਿਆ ਗਿਆ। ਨਾ ਕੋਈ ਦਵਾ ਬੂਟੀ, ਨਾ ਹਸਪਤਾਲ ਵਾਲੇ ਹੀ ਭਰਤੀ ਕਰਦੇ ਆ ਕਿਸੇ ਜਾਣ ਪਛਾਣ ਤੋਂ ਬਿਨਾਂ। ਤੁਸੀਂ ਹਿੰਮਤ ਰੱਖੋ। ਮੇਰਾ ਇੱਕ ਚਾਚੇ ਦਾ ਲੜਕਾ ਇਰਵਨ ਹਸਪਤਾਲ 'ਚ ਕੰਮ ਕਰਦਾ, ਉੱਥੇ ਸਰਜਨ ਹੈ। ਕੱਲ੍ਹ ਨੂੰ ਮਾਤਾ ਜੀ ਨੂੰ ਤਿਆਰ ਰੱਖਣਾ, ਆਪਾਂ 9 ਵਜੇ ਇਹਨਾਂ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਲੈ ਚੱਲਾਂਗੇ। ਅੱਜ ਮੈਂ ਉਸ ਨਾਲ ਟੈਲੀਫੋਨ ਕਰਕੇ ਗੱਲ ਕਰਦਾ। ਤੁਸੀਂ ਟ੍ਰੇਨਿੰਗ ਹਰ ਹਾਲ ਕਰਨੀ ਹੈ, ਫਿਰ ਵਕਤ ਹੱਥ ਨਹੀਂ ਆਉਣਾ। ਦੂਜੇ ਦਿਨ ਮਾਂ ਜੀ ਨੂੰ ਅਸੀਂ ਹਸਪਤਾਲ ਦਾਖਲ ਕਰਵਾ ਆਏ। ਦਿਨ 'ਚ ਮੇਰੀ ਨਣਦ ਮਾਂ ਜੀ ਕੋਲ ਰਹਿੰਦੀ, ਤੇ ਪੁੱਤਰ ਵੀ 2-1 ਦਿਨ ਪਿੱਛੋਂ ਮਾਂ ਜੀ ਨੂੰ ਦੇਖਣ ਚਲਾ ਜਾਂਦਾ।
ਪਰ ਹੁਣ ਮਾਂ ਜੀ ਤੇ ਨਣਦ ਦੇ ਘਰੋਂ ਜਾਣ ਕਰਕੇ ਬੱਚੇ ਸਾਰਾ ਦਿਨ ਇਕੱਲੇ ਰਹਿ ਗਏ। ਨਵੀਂ ਇੱਕ ਸਮੱਸਿਆ ਖੜੀ ਹੋਈ। ਪਿੱਛੋਂ ਤਿੰਨੇ ਬੱਚੇ ਬਸਤੀ ਦੇ ਹੋਰ ਬੱਚਿਆਂ ਨਾਲ ਮਿਲ ਕੇ ਸ਼ਰਾਰਤਾਂ ਕਰਦੇ। ਘਰ 'ਚ ਇਕੱਠੇ ਹੋ ਕਦੇ ਚੌਲਾਂ ਦਾ ਪਤੀਲਾ ਸਟੋਵ 'ਤੇ ਚਾੜ੍ਹ ਦਿੰਦੇ, ਕਦੇ ਕੜਾਹ ਬਣਾਉਣ ਲੱਗਦੇ, ਸਾਰਾ ਘਿਓ ਬਰਬਾਦ ਕਰ ਦਿੰਦੇ। ਉੱਤੋਂ ਘਰ 'ਚ ਖੜਦੁੰਮ ਮਚਾਉਂਦੇ ਕਿ ਰਹੇ ਰੱਬ ਦਾ ਨਾਮ। ਤਿੰਨੇ 10 ਸਾਲਾਂ ਤੋਂ ਅਜੇ ਘੱਟ ਹੀ ਸਨ। ਇੱਕ ਸ਼ਾਮ ਜਦੋਂ ਮੈਂ ਘਰ ਆਈ, ਝੌਂਪੜੀ ਦਾ ਬੂਹਾ ਚਪੱਟ ਖੁੱਲ੍ਹਾ ਪਿਆ ਸੀ। ਘਰ 'ਚ ਨਾ ਦੀਵਾ ਨਾ ਬੱਤੀ। ਮੈਂ ਅੰਦਰ ਲੰਘ ਕੇ ਦੇਖਿਆ ਤਿੰਨੇ ਬੱਚੇ ਚੌਲਾਂ ਦੇ ਭਰੇ ਭਰਾਏ ਉਬਲਦੇ ਪਤੀਲੇ ਦੇ ਸਟੋਵ ਉੱਤੋਂ ਡਿੱਗਣ ਨਾਲ ਬੁਰੀ ਤਰ੍ਹਾਂ ਜਲੇ ਪਏ ਤੜਪ ਰਹੇ ਸਨ। ਮੈਂ ਲਾਲਟਨ ਬਾਲ ਕੇ ਦੇਖਿਆ, ਬਬਲੀ ਦੀ ਸੱਜੀ ਲੱਤ ਖਾਸੀ ਜਲ ਗਈ ਸੀ ਤੇ ਕੁੱਕੀ ਉੱਤੇ ਤਾਂ ਉਬਲਦਾ ਚੌਲਾਂ ਦਾ ਸਾਰਾ ਪਤੀਲਾ ਹੀ ਜਿਵੇਂ ਆ ਪਿਆ ਹੋਵੇ। ਦੋਵੇਂ ਬਾਹਾਂ, ਟੰਗਾਂ, ਇੱਕ ਹੱਥ ਸਭ ਜਲ ਕੇ ਉਹਦੀ ਉੱਪਰਲੀ ਚਮੜੀ ਉੱਧੜ ਆਈ ਸੀ। ਛੋਟੀ ਕਮਲ ਦਾ ਥੋੜ੍ਹਾ ਬਚਾਅ ਹੋ ਗਿਆ ਸੀ, ਪਰ ਉਹ ਅਜੇ ਮਸਾਂ 3-4 ਵਰ੍ਹਿਆਂ ਦੀ ਸੀ। ਉੱਚੀ ਚੀਕਾਂ ਮਾਰ ਕੇ ਰੋ ਰਹੀ ਸੀ। ਇਸ ਘਟਨਾ ਦਾ ਕਿਸੇ ਆਸ ਪੜੋਸ ਨੂੰ ਪਤਾ ਨਹੀਂ ਲੱਗਿਆ, ਕਿਉਂਕਿ ਸਰਦੀਆਂ ਦੀ ਸ਼ਾਮ ਸੀ। ਸਭ ਪਾਲੇ ਤੋਂ ਡਰਦੇ ਆਪਣੇ ਘਰਾਂ ਅੰਦਰ ਲੁਕੇ ਬੈਠੇ ਸਨ। ਤਿੰਨਾਂ ਨੂੰ ਗੋਦੀ ਵੀ ਚੁੱਕਾਂ ਤਾਂ ਕਿਵੇਂ। ਛੋਟੀ ਕਮਲ ਨੂੰ ਘਰ ਅੰਦਰ ਕੁੰਡਾ ਬੰਦ ਕਰਕੇ ਦੋਹੀਂ ਮੋਢੀ ਚੁੱਕ ਕੇ ਮੈਂ ਬੜੀ ਮੁਸ਼ਕਿਲ ਨਾਲ ਆਰ ਬਲਾਕ ਦੀ ਇੱਕ ਡਿਸਪੈਂਸਰੀ 'ਚ ਪਹੁੰਚੀ। ਭਲਾ ਹੋਵੇ ਉੱਥੋਂ ਦੇ ਡਿਊਟੀ ਵਾਲੇ ਡਾਕਟਰ ਦਾ, ਜਿਹਨੇ ਸਰਕਾਰੀ ਡਿਸਪੈਂਸਰੀ ਵਿੱਚੋਂ ਹੀ ਬਿਨਾਂ ਕਿਸੇ ਹੀਲ ਹੁੱਜਤ ਕੀਤਿਆਂ ਦੋਹਾਂ ਦੇ ਜ਼ਖਮਾਂ ਉੱਤੇ ਬਰਨੌਲ ਲਾ ਕੇ ਪੱਟੀਆਂ ਬੰਨ੍ਹ ਦਿੱਤੀਆਂ, ਦੋਹਾਂ ਦੇ ਟੀਕੇ ਲਾਏ ਤੇ ਕੁਝ ਦਵਾਈਆਂ ਵੀ ਮੈਨੂੰ ਮੁਫਤ ਹੀ ਦੇ ਦਿੱਤੀਆਂ। ਮੈਨੂੰ ਇਹ ਕਹਿਰ ਭਰੀ ਘੜੀ ਜ਼ਿੰਦਗੀ ਭਰ ਨਹੀਂ ਭੁੱਲਣੀ। ਮੇਰੇ ਪਤੀ ਜਦੋਂ ਘਰ ਆਏ ਤਾਂ ਸਾਰਾ ਘਰ ਹਸਪਤਾਲ ਦਾ ਵਾਰਡ ਬਣਿਆ ਪਿਆ ਸੀ। ਕਮਲ ਦੀ ਬਾਂਹ ਉੱਤੇ ਵੀ ਉਬਲਦੇ ਚੌਲਾਂ ਦੀ ਪਿੱਛ ਪੈ ਗਈ ਸੀ, ਪਰ ਉਹ ਛੋਟੀ ਬੱਚੀ ਸੀ, ਠੀਕ ਦੱਸ ਨਾ ਸਕੀ। ਮੈਂ ਦੂਜੇ ਦਿਨ ਜਦ ਉਹਦੀ ਫਰਾਕ ਬਦਲਣ ਲੱਗੀ ਤਾਂ ਦੇਖਿਆ ਉਹਦੀ ਸਾਰੀ ਬਾਂਹ ਜਲੀ ਪਈ ਸੀ। ਇਹ ਤਾਂ ਰੱਬ ਦਾ ਲੱਖ ਸ਼ੁਕਰ ਸੀ ਕਿ ਸਟੋਵ ਚੌਲਾਂ ਦਾ ਪਤੀਲਾ ਡਿੱਗਦਿਆਂ ਸਾਰੀ ਸੂੰ ਕਰਕੇ ਬੁਝ ਗਿਆ ਸੀ, ਨਹੀਂ ਤਾਂ ਪਤਾ ਨਹੀਂ ਕੀ ਭਾਣਾ ਵਰਤ ਜਾਂਦਾ। ਇਸ ਘਟਨਾ ਨਾਲ ਮੇਰੇ ਪਤੀ ਦੇ ਮਨ ਅੰਦਰ ਪਿਤਾ ਰੂਪੀ ਮਨੁੱਖ ਨੇ ਕਰਵਟ ਲਈ ਤੇ ਬੱਚਿਆਂ ਦੀ ਦੁਰਦਸ਼ਾ ਵੇਖ ਕੇ ਉਹਨੂੰ ਵੀ ਦੁੱਖ ਹੋਇਆ। ਦੂਜੇ ਪਾਸੇ ਮਾਂ ਜੀ ਅੰਤਾਂ ਦੀ ਬਿਮਾਰ ਹਸਪਤਾਲ 'ਚ ਪਈ ਸੀ। ਇਹ ਸਭ ਹਾਲ ਦੇਖ ਉਹਦੇ ਅੰਦਰਲਾ ਬਾਪ ਤੇ ਪੁੱਤ ਜਿਵੇਂ ਦੋਵੇਂ ਇੱਕੋ ਵੇਲੇ ਥੋੜ੍ਹਾ ਜਿਹਾ ਜਾਗੇ ਤੇ ਉਹਨਾਂ ਨੇ ਕੋਈ ਕੰਮ ਕਰਨ ਦੀ ਸੋਚੀ। ਮਹੀਨਾ ਭਰ ਹਸਪਤਾਲ ਰਹਿਣ ਕਰਕੇ ਮਾਂ ਜੀ ਨੂੰ ਥੋੜ੍ਹਾ ਬਹੁਤ ਫਰਕ ਜ਼ਰੂਰ ਪੈ ਗਿਆ, ਪਰ ਉਹ ਆਪਣੇ ਆਪ ਖਾ ਪੀ ਅਜੇ ਵੀ ਨਹੀਂ ਸੀ ਸਕਦੀ। ਟੱਟੀ ਪਿਸ਼ਾਬ ਸਭ ਮੰਜੇ ਉੱਤੇ ਪੋਟ ਰੱਖ ਕੇ ਕਰਵਾਉਣਾ ਪੈਂਦਾ। ਕੇਅਰ ਟੇਕਰ ਧਨੀ ਰਾਮ ਦੇ ਡਾਕਟਰ ਭਰਾ ਦੀ ਕੋਸ਼ਿਸ਼ ਨਾਲ 1 ਮਹੀਨਾ ਹੋਰ ਹਸਪਤਾਲ ਵਾਲਿਆਂ ਨੇ ਮਾਂ ਜੀ ਨੂੰ ਰੱਖ ਲਿਆ, ਪਰ ਅੰਤ ਬਹੁਤ ਸਾਰੀਆਂ ਦਵਾਈਆਂ ਲਿਖ ਕੇ ਇੱਕ ਪਰਚਾ ਮੇਰੇ ਹੱਥ ਫੜਾਉਂਦਿਆਂ ਨਰਸ ਨੇ ਮੈਨੂੰ ਸਾਫ਼ ਸ਼ਬਦਾਂ 'ਚ ਕਹਿ ਦਿੱਤਾ, ਆਪ ਮਰੀਜ਼ को घर ले जाइए और हफ्ते में एक बार आकर चेक करवाते रहिए, यहाँ रखने से अब और कोई फायदा नहीं। ਇੱਕੋ ਝੌਂਪੜੀ ਸੀ, ਉਸੇ 'ਚ ਮਾਂ ਜੀ ਦਾ ਮੰਜਾ, ਉਸੇ ਇੱਕ ਖੂੰਜੇ ਰਸੋਈ ਦੇ 2-4 ਭਾਂਡੇ ਰੱਖੇ ਸੀ। ਉੱਥੇ ਹੀ ਆਇਆ ਗਿਆ ਮੰਜੇ 'ਤੇ ਬੈਠਦਾ ਤੇ ਅਸੀਂ ਸਾਰਾ ਟੱਬਰ ਭੁੰਜੇ ਕੱਪੜਾ ਵਿਛਾ ਕੇ ਰਾਤ ਨੂੰ ਸੌਂਦੇ। ਮਾਂ ਜੀ ਦੀ ਬਿਮਾਰੀ ਲਾ ਇਲਾਜ ਸੀ, ਪਰ ਬੱਚਿਆਂ ਦੇ ਜ਼ਖਮ ਕੁਝ ਅੱਠਰ ਗਏ ਸਨ। ਇੱਕ ਦਿਨ ਫਿਰ ਕੇਅਰ ਟੇਕਰ ਵੀਰ ਧਨੀ ਰਾਮ ਮਾਰਨਿੰਗ ਵਾਕ ਕਰਦਾ ਸਾਡੇ ਘਰ ਆ ਗਿਆ। ਬਚਿੰਤ ਜੀ, ਅਸੀਂ ਐਪਲਾਈਮੈਂਟ ਨੂੰ ਅੱਜ ਕੱਲ੍ਹ ਵਿੱਚ ਲੈਟਰ ਭੇਜਣ ਵਾਲੇ ਹਾਂ, ਉਦੋਂ ਤੱਕ ਤੁਸੀਂ ਟੈਸਟ ਜ਼ਰੂਰ ਪਾਸ ਕਰ ਲੈਣਾ। ਕਾਲ ਤਾਂ ਇਹ ਕਹਿ ਕਹਾ ਕੇ ਵੀ ਕਢਾਈ ਜਾ ਸਕਦੀ ਹੈ, ਇਸ ਕੰਮ ਲਈ ਕਾਲ ਨਹੀਂ ਕਰਨੀ, ਜਿਵੇਂ ਵੀ ਹੋਵੇ ਟੈਸਟ ਪਾਸ ਕਰੋ। ਮੈਂ ਤਾਂ ਹਾਲੇ ਟ੍ਰੇਨਿੰਗ ਜੁਆਇਨ ਹੀ ਨਹੀਂ ਸੀ ਕੀਤੀ, ਪਰ ਉਸ ਕੋਲ ਮੈਂ ਝੂਠ ਬੋਲਤਾ ਕਿ ਮੇਰੀ ਟ੍ਰੇਨਿੰਗ ਖਤਮ ਹੋਣ ਵਾਲੀ ਹੈ। ਬ੍ਰਾਈਟਵੇਜ਼ ਦੇ ਮੈਨੇਜਰ ਕੋਲੋਂ ਮੈਂ 100 ਰੁਪਏ ਉਧਾਰੇ ਲੈ ਕੇ ਭਗਤ ਸਿੰਘ ਮਾਰਕੀਟ, ਗੋਲ ਮਾਰਕੀਟ ਦੇ ਕੋਲ ਇੱਕ ਪ੍ਰਾਈਵੇਟ ਇੰਸਟੀਚਿਊਟ 'ਚ ਹੀ ਪੰਚਿੰਗ ਦੀ ਟ੍ਰੇਨਿੰਗ ਲੈਣ ਲੱਗੀ। ਹਫ਼ਤਾ ਭਰ ਸਿੱਖਣ ਤੋਂ ਪਿੱਛੋਂ ਮੈਂ ਇੰਸਟੀਚਿਊਟ ਦੇ ਮਾਲਕ ਨੂੰ ਕਿਹਾ, ਤੁਸੀਂ ਮੈਨੂੰ 1 ਘੰਟੇ ਦੀ ਬਜਾਏ 2 ਘੰਟੇ ਪ੍ਰੈਕਟਿਸ ਕਰਨ ਦਿਆ ਕਰੋ। ਮੈਂ 3 ਮਹੀਨੇ ਦਾ ਕੋਰਸ 1 ਮਹੀਨੇ 'ਚ ਖ਼ਤਮ ਕਰਨਾ ਚਾਹੁੰਦੀ ਹਾਂ। ਫੀਸ ਤੁਸੀਂ ਮੈਥੋਂ ਬੇਸ਼ੱਕ 3 ਮਹੀਨਿਆਂ ਦੀ ਹੀ ਲੈ ਲੈਣਾ। ਸੋ ਭਲਾ ਆਦਮੀ ਸੀ, ਮੇਰੀ ਗੱਲ ਮੰਨ ਗਿਆ। 1 ਮਹੀਨੇ ਪਿੱਛੋਂ ਹੀ ਉਹਨੇ ਮੈਨੂੰ 50 ਦੀ ਸਪੀਡ 'ਚ ਪਾਸ ਹੋਣ ਦਾ ਸਰਟੀਫਿਕੇਟ ਦੇ ਕੇ ਮੈਨੂੰ ਐਮਪਲਾਇਮੈਂਟ ਐਕਸਚੇਂਜ ਦੇ ਟੈਸਟ ਲਈ ਭਜਵਾ ਦਿੱਤਾ। ਧੰਨਵਾਦ।